बिस्मिल्लाहिर्रहमानिर्रहीम। अस्सलाम वालेकुम दोस्तों, की हाल चाल जी? ठीक ठाक हो? अज एक बीमारी नवीं उठती पई है, ਉਹਦੇ ਬਾਰੇ ਚ ਗੁਫ਼ਤਗੂ ਕਰਾਂਗੇ। ਉਹਦੇ ਉੱਤੇ ਹੀ ਸਾਰੀ ਗੁਫ਼ਤਗੂ ਕਰਨੀ ਹੈ ਕਿਉਂਕਿ ਮੌਸਮ ਗਰਮਾ ਚੱਲਦਾ ਪਿਆ। ਤੁਹਾਨੂੰ ਪਤਾ ਹੈ ਕਿ ਗਰਮੀਆਂ ਦੀ ਜਿਹੜੀ ਵੀ ਬਿਮਾਰੀਆਂ ਆਉਣਗੀਆਂ ਉਹਨਾਂ ਦੇ ਬਾਰੇ ਚ ਅਸੀਂ ਤੁਹਾਨੂੰ ਦੱਸਣਾ ਕਿ ਸਾਰੀ ਮਾਲੂਮਾਤ ਭਾਈ ਬੱਗੇ ਕੋਲ ਲੈ ਕੇ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਔਰ ਸਾਡਾ ਹੱਕ ਵੀ ਬਣਦਾ ਤੁਹਾਡਾ ਸ਼ੇਅਰ ਕਰਨਾ, ਔਰ ਇਸ ਨੂੰ ਵੇਖਣਾ ਸੁਣਨਾ, ਉਹਦੇ ਤੇ ਅਮਲ ਕਰਨਾ ਤੁਹਾਡਾ ਵੀ ਹੱਕ, ਠੀਕ ਹੈ ਨਾ। ਇਸ ਕਰਕੇ ਭਾਈ ਬੱਗੇ ਕੋਲ ਅੱਜ ਇੱਕ ਬਿਮਾਰੀ ਜਿਹੜੀ ਆ ਨਾ ਉਹ ਬਹੁਤ ਘੁੰਮਦੀ ਪਈ ਆ, ਠੀਕ ਹੈ ਜੀ। ਗੋਲਡ, ਖਾਸ ਕਰ ਗੋਲਡ ਦੇਸੀ ਚੂਜ਼ਿਆਂ ਦੇ ਮੁਤਲਕ, ਠੀਕ ਹੈ, ਉਹਦੇ ਤੇ ਅੱਜ ਗੁਫ਼ਤਗੂ ਕਰਾਂਗੇ, ਠੀਕ ਹੈ ਜੀ। ਸੋ ਬਿਮਾਰੀ ਦਾ ਨਾਮ ਹੈਗਾ ਜੀ ਰਾਣੀ ਖੇਤ, ਠੀਕ ਹੈ ਦੋਸਤੋ। ਰਾਣੀ ਖੇਤ ਜਿਹੜੀ ਆ ਬਹੁਤ ਹੀ ਤਗੜੀ ਬਿਮਾਰੀ ਜਿਹੜੀ ਆ ਨਾ ਗਰਮੀਆਂ ਦੇ ਵਿੱਚ ਆਉਂਦੀ ਆ, ਉਹਦੇ ਬਾਰੇ ਚ ਗੁਫ਼ਤਗੂ ਕਰਾਂਗੇ ਔਰ ਉਹਦੀ ਇਨਫੋਰਮੇਸ਼ਨ ਸਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨੇ ਭਾਈ ਬੱਗੇ ਕੋਲ। ਭਾਈ ਬੱਗਾ ਜੀ ਦੱਸੋ, ਰਾਣੀ ਖੇਤ ਕਿਹੜੀ ਬਿਮਾਰੀ ਹੈ, ਕੀ ਮਸਲਾ ਹੈ, ਕਿਸ ਵਜ੍ਹਾ ਤੋਂ ਆਉਂਦੀ ਆ? ਰਾਣੀ ਖੇਤ ਇੱਕ ਤੇ ਗਰਮੀ ਦੀ ਵਜ੍ਹਾ ਤੋਂ ਆਉਂਦੀ ਆ। ਅੱਛਾ। ਜਗ੍ਹਾ ਸਾਡੇ ਕੋਲ ਥੋੜੀ ਹੁੰਦੀ ਆ ਤੇ ਮਾਲ ਅਸੀਂ ਬਹੁਤਾ ਪਾ ਲੈਂਦੇ ਆ। ਅੱਛਾ। ਇੱਕ ਨੰਬਰ ਤੇ ਉਹ, ਦੂਸਰੇ ਨੰਬਰ ਤੇ ਇਹਨੂੰ ਠੰਡੇ ਵਾਤਾਵਰਨ ਵਿੱਚ ਠੰਡੀ ਚੀਜ਼ ਕੋਈ ਨਹੀਂ ਪਾਉਂਦੇ। ਅੱਛਾ। ਜਿਹਦੀ ਵਜ੍ਹਾ ਤੋਂ ਗਰਮੀ ਬਾਹਰ ਅੱਗੇ ਬੜੀ ਹੁੰਦੀ ਹੈ ਤੇ ਜਦੋਂ ਗਰਮ ਚੀਜ਼ ਖਾਂਦੀ ਹੈ ਤੇ ਫਿਰ ਉਹਦੇ ਅੰਦਰ ਅੱਗ ਬਣ ਜਾਂਦੀ ਹੈ। ਠੀਕ ਹੈ। ਅਗਰ ਚੂਚੇ ਨੂੰ ਅਸੀਂ ਠੰਡਾ ਨਾ ਰੱਖਾਂਗੇ ਤੇ ਚੂਚਾ ਨੂੰ ਫਿਰ ਮਸਲਾ ਰਾਣੀ ਖੇਤ ਬਿਮਾਰੀ ਨੂੰ ਐਂਡੀ ਕਿਹਾ ਜਾਂਦਾ ਵਾ। ਅੱਛਾ। ਲੇਕਿਨ ਉਹ ਐਂਡ ਕਰ ਜਾਂਦੀ ਆ ਅਹਿਸਾਸ ਕਿ ਕੋਈ ਬਿਮਾਰੀ ਇੱਕ ਐਸੀ ਚੀਜ਼ ਆ ਕਿ ਤੁਹਾਨੂੰ ਦੱਸਿਆ ਗੱਲ ਕਿ ਮੌਸਮ ਗਰਮਾ ਦੇ ਵਿੱਚ ਖਾਸ ਕਰ ਉਹ ਪੈਂਦੀ ਆ ਅਪ੍ਰੈਲ, ਮਾਰਚ ਤੋਂ ਸ਼ੁਰੂ ਹੁੰਦੀ ਆ, ਮਾਰਚ, ਅਪ੍ਰੈਲ ਤੇ ਮਈ ਤੱਕ। ਅੱਛਾ। 3 ਮਹੀਨੇ। 3 ਮਹੀਨੇ ਦੇ ਵਿੱਚ ਉਹਨੇ ਆਪਣਾ ਆਪ ਦੱਸਣਾ ਹੁੰਦਾ। ਉਸ ਤੋਂ ਬਾਅਦ ਮੌਸਮ ਬਾਰਿਸ਼ ਪੈ ਕੇ ਸੈੱਟ ਹੋ ਗਿਆ ਹੁੰਦਾ ਵਾ। ਠੀਕ ਹੈ। ਜ਼ਮੀਨ ਦੀ ਪੜਾਸ ਜਿਹੜੀ ਅੱਜ ਕੱਲ੍ਹ ਸੁੱਕੀ ਗਰਮੀ ਪੈਂਦੀ ਤੇ ਜਿਹਦੀ ਵਜ੍ਹਾ ਤੋਂ ਮਿਸ਼ਰੀ ਗੋਲਡਨ ਵਾਸਤੇ ਇਹ ਬਿਮਾਰੀ ਜ਼ਿਆਦਾ ਹੁੰਦੀ ਆ। ਜਿੱਥੇ ਦੇਖੋ 10,000 ਪੈਂਦਾ ਉੱਥੇ 5,000 ਪਾਓ, ਜਿੱਥੇ 5,500 ਪੈਂਦਾ ਉੱਥੇ 250 ਪਾਓ। ਠੀਕ ਹੈ। ਸਿਰਫ ਇਹਦਾ ਬਚਣ ਦਾ ਇਹ 3 ਮਹੀਨੇ ਹੁੰਦੇ ਨੇ, ਬਿਲਕੁਲ ਉਹਨੂੰ ਕੰਮ ਲੈਵਲ ਰੱਖਣਾ ਚਾਹੀਦਾ, ਥੋੜਾ ਕੰਮ ਕਰ। ਠੀਕ ਹੈ। ਕਿਉਂਕਿ ਬਹੁਤਾ ਜਗ੍ਹਾ ਫੁੱਟ ਬਾਈ ਫੁੱਟ ਰੱਖੋਗੇ ਤੇ ਫਿਰ ਕੁਛ ਵੀ ਨਹੀਂ ਹੋਏਗਾ। ਅਗਰ ਫੁੱਟ 'ਚ 2 ਚੂਚੇ ਪਾਵਾਂਗੇ ਤੇ ਫਿਰ ਉਹਦਾ ਮਸਲਾ ਬਣਨਾ ਸ਼ੁਰੂ ਹੋ ਜਾਏਗਾ। ਠੀਕ ਹੈ। ਤੇ ਲਿਹਾਜ਼ਾ ਦੋਸਤੋ ਤੁਹਾਡੇ ਨਾਲ ਕੋਈ ਗੱਲ ਕਰਨ ਦਾ ਤਰੀਕਾ ਇਹੋ ਹੀ ਆ ਕਿ ਅੱਜ ਕੱਲ੍ਹ ਜਦੋਂ ਗੱਡੀ ਲੈ ਕੇ ਬਾਹਰੋਂ ਮਾਲ ਵੀ ਆਉਂਦੇ ਜਿਹੜੇ ਮਿਸਾਲ ਇੱਕ ਉਹ 1000 ਕਿਲੋ ਪੈਂਦਾ ਵਾ ਤੇ ਉਹਦੇ ਵਿੱਚ ਤੁਸੀਂ ਕਮ ਸੇ ਕਮ 700 ਜਾਂ 600 ਕਿਲੋ ਪਾਇਆ ਕਰੋ ਤਾਂ ਕਿ ਮਾਲ ਖੁੱਲਾ ਡੁੱਲਾ ਹੋ ਕੇ ਆਵੇ। ਕਿਉਂਕਿ ਹਰ ਬੰਦਾ ਸਾਡੀ ਵੀਡੀਓ ਵੇਖਦਾ ਵਾ ਤੇ ਫਾਰਮ ਵਾਲੇ ਦਾ ਵੀ ਕੰਮ ਆ ਕਿ ਜਿਹੜੇ ਪੜਦੇ ਬਿਲਕੁਲ ਜਿਹੜੇ ਅੱਜ ਕੱਲ੍ਹ 24 ਤੇ ਨਾ 24 ਤੋਂ 25 ਦਾ ਦਰਜਾ ਹਰਾਰਤ ਡਿਗਰੀ ਤੁਹਾਡੀ ਹੋਣੀ ਚਾਹੀਦੀ ਹੈ। ਦਰਜਾ ਹਰਾਰਤ ਉੱਤੇ ਨਹੀਂ ਜਾਵੇ ਨਾ ਉਸ ਤੋਂ ਉੱਤੇ ਜਾਣਾ ਬਿਲਕੁਲ ਵੱਡੇ ਮਾਲ ਵਾਸਤੇ ਜਾਇਜ਼ਦੀ ਆ, ਵੱਡੇ ਮਾਲ ਵਾਸਤੇ। ਹਾਂ ਤੇ ਦੋਸਤੋ ਭਾਈ ਹੁਣ ਦੀ ਇੱਕ ਗੱਲ ਹੋਰ ਤਾਂ ਦੱਸ ਦਈਏ ਕਿ ਜਿਹੜੀ ਗੱਲ ਉਹਨੇ ਕੀਤੀ, ਇਹਨਾਂ ਨੇ ਕਿਹਾ ਕਿ ਅੱਧਾ ਕਿਲੋ ਵਾਲਾ ਜਾਂ ਕਿਲੋ ਵਾਲਾ ਜਾਂ 1.25 ਕਿਲੋ ਵਾਲਾ ਜਿਹੜਾ ਵੀ ਆ ਨਾ, ਯਾਨੀ 500 ਗ੍ਰਾਮ ਦੇ ਉੱਤੇ ਜਿਸ ਬੰਦੇ ਦਾ ਵੀ ਚੂਜ਼ਾ ਹੈਗਾ ਨਾ, ਉਸ ਜਿਹਦੀ ਸ਼ੈੱਡ ਦੇ ਅੰਦਰ ਜਿਹੜੀ ਨਾ ਹੀਟ ਜਿਹੜੀ ਆ ਨਾ ਉਹ ਕਮ ਸੇ ਕਮ 23-24 ਹੋਵੇ, ਇਸ ਤੋਂ ਜ਼ਿਆਦਾ ਨਾ ਹੋਵੇ। ਇਸ ਤੋਂ ਜ਼ਿਆਦਾ ਕਿਉਂਕਿ ਮੌਸਮ ਬਦਲ ਗਿਆ ਦਾ। ਠੀਕ ਹੈ। ਤੇ ਜਿਹਦੀ ਵਜ੍ਹਾ ਤੇ ਪੜਦੇ ਵੀ ਇਹ ਸਮਝੀ ਨਾ ਰਾਤ ਬੇਸ਼ੱਕ ਨਾ ਲਾਓ। ਠੀਕ ਹੈ। ਮੌਸਮ ਵੇਖ ਕੇ ਰਾਤ ਦੇ 12-1 ਵਜੇ ਨਾਲ ਥੋੜੇ ਜਿਹੇ ਪਰਦੇ ਤਾਂ ਕਰ ਛੱਡਿਆ ਕਰੋ। ਠੀਕ ਹੈ। 3-3 ਪਰਦੇ ਫੁੱਟ ਹਮੇਸ਼ਾ ਜਿਹੜੇ ਰਾਤ ਦੇ ਉਹ ਆਜ਼ਾਦ ਰਹਿਣ ਦਿਆ ਕਰੋ। ਹਾਂ, ਫੁੱਟ 1.5 ਫੁੱਟ ਜਿਹੜੇ 2-2 ਫੁੱਟ ਥੱਲੇ ਰਹਿਣੇ ਆ, ਪਰਦਾ ਵੀ ਤੇ ਛਾਪਰ ਵੀ। ਤੇ ਕਸੂਰ ਸਿਰਫ ਥੱਲੇ ਇਸਤੇਮਾਲ ਹੁਣ ਕਰਨਾ ਵਾ। ਹਾਂਜੀ। ਤੇ ਤੋ ਬਿਲਕੁਲ ਹਰਗਜ਼ ਇਸਤੇਮਾਲ ਨਹੀਂ ਕਰਨਾ। ਤੋ ਐਵੇਂ ਨਾਰਮਲ ਜਗ੍ਹਾ 'ਚ ਮੋਟਰ ਛੱਡਣਾ। ਹਾਂਜੀ। ਤੋ ਦਾ ਇਸਤੇਮਾਲ ਘੱਟ ਕਰਨਾ। ਇਸ ਵਾਸਤੇ ਤੋ ਵੀ ਗਰਮ ਹੁੰਦਾ। ਤੋ ਸਿਰਫ ਇਸ ਵਾਸਤੇ ਇਸਤੇਮਾਲ ਤੁਸੀਂ ਕਰਨਾ ਕਿ ਜਿਹੜੀ ਬੈੱਡਸ਼ੀਟ ਕਰਦਾ ਉਹਦੇ ਨਾਲ ਮਿਕਸ ਹੋ ਜੇ, ਉਹ ਜਰਾ ਗਿੱਲੀ ਬੈੱਡ ਗਿੱਲਾ ਨਾ ਰਹੇ। ਹਾਂ। ਬਾਕੀ ਦੋਸਤੋ ਅਲਹਮਦੁਲਿਲਾ ਕੰਮ ਸਾਰਾ ਆਜ਼ਾਦ ਆ, ਕੋਈ ਐਸੀ ਗੱਲ ਨਹੀਂ। ਸਿਰਫ ਕੰਮ ਦਾ ਤਰੀਕਾ ਘਰ ਆਏ ਕਿ ਇਹਨੂੰ ਗਰਮੀ ਤੋਂ ਜਿੰਨਾ ਬਚਾਇਆ ਜਾਏ। ਇਹਨੂੰ ਜਿਸ ਤਰ੍ਹਾਂ ਅੰਗੂਰਾਂ ਦੀ ਖੰਡ ਕਹਿੰਦੇ ਨੇ, ਗਲੂਕੋਜ਼ ਕਹਿੰਦੇ ਨੇ, ਜਦੋਂ ਜਿਸ ਤਰ੍ਹਾਂ ਗਲੂਕੋਜ਼ ਹੁੰਦੀ ਆ ਅੰਗੂਰਾਂ ਦੀ, ਇਹਨੂੰ ਖੰਡ ਕਹਿੰਦੇ ਆ। ਅੱਛਾ। ਉਹ ਇਹਨੂੰ ਲਾਜ਼ਮੀ ਸਮਝੀ ਨਾ, ਚਮਚਾ ਹਰ ਡੱਬੇ ਦੇ ਵਿੱਚ ਇਸਤੇਮਾਲ ਲਾਜ਼ਮੀ ਕਰਿਆ ਕਰੋ। ਜੇ ਗਲੂਕੋਜ਼ ਮਾਰੇ ਉੱਥੇ ਮੈਡੀਕਲ ਸਟੋਰ ਤੋਂ ਮਿਲ ਜਾਂਦਾ। ਹਾਂ, ਹਰ ਜਗ੍ਹਾ ਤੋਂ ਮਿਲ ਜਾਂਦਾ। ਠੀਕ ਹੈ। ਉਹਦਾ ਇਸਤੇਮਾਲ ਕਰਨਾ ਤੇ ਉਹਦਾ ਇਸਤੇਮਾਲ ਕਰਨਾ ਕਿ ਜਿਹਦੇ ਕੋਲ 1000 ਲੀਟਰ ਦੀ ਟੈਂਕੀ ਆ ਉਹ 2 ਲਾਜ਼ਮੀ ਵਿੱਚ ਪਾਵੇ ਕਰੋ। ਅੱਛਾ। 2 ਡੱਬੀਆਂ 120-30 ਜਾਂ 200 ਦੀ ਡੱਬੀ ਆਉਂਦੀ ਹੋਵੇਗੀ। ਠੀਕ ਹੈ। ਠੀਕ ਹੋ ਗਿਆ। ਤੇ ਉਹ ਲਾਜ਼ਮੀ 2 ਡੱਬੀਆਂ ਪਾਇਆ ਕਰ। ਤੇ ਗਲੂਕੋਜ਼ ਦਾ ਇਸਤੇਮਾਲ ਜ਼ਰੂਰੀ ਆ। ਮੌਸਮ 3 ਮਹੀਨੇ ਮਈ ਤੱਕ। ਹਾਂ, ਮਈ ਤੱਕ, ਮਈ ਕਿ ਜੂਨ ਜੁਲਾਈ ਤੱਕ ਵੀ ਪਾ ਲਓ, ਕੋਈ ਗੱਲ ਨਹੀਂ। ਉਹਦੀ ਵਜ੍ਹਾ ਉਹ ਕੀ ਹੁੰਦਾ? ਉਹਦੇ ਨਾਲ ਚੂਚੇ ਦੇ ਹੁੰਦੇ ਠੰਡਕ ਰਹਿੰਦੀ ਆ, ਉਹਦਾ ਦਿਲ ਖਲੋਰਦਾ ਵਾ। ਠੀਕ ਹੈ। ਉਹਨੂੰ ਗਰਮੀ ਚ ਚੂਚਾ ਹੀਟ ਅਪ ਨਹੀਂ ਹੁੰਦਾ। ਠੀਕ ਹੈ।
ਤੇ ਵਿਟਾਮਿਨ ਉਹ ਲਾਜ਼ਮੀ ਇਸਤੇਮਾਲ ਕਰਨੇ ਨੇ ਗਰਮੀ ਦੇ ਵਿੱਚ। ਗਰਮੀ ਦੇ ਜਿਹੜਾ ਅਸੀਂ ਸੈਮੋਡਕ ਲੈਂਦੇ ਨੇ, ਸੈਮੋਡਕ ਬਿਲਕੁਲ ਇਸਤੇਮਾਲ ਕਰੋ, ਇਹਨੂੰ ਕਰਕੇ ਇਸਤੇਮਾਲ ਕਰੋ। ਠੀਕ ਹੈ, ਇਹਨੂੰ ਇਸਤੇਮਾਲ ਕਰਕੇ ਰੱਖੀਏ। ਹਾਂ ਹੁਣ ਇਸਤੇਮਾਲ ਕਰੋ। ਸਾਰੇ ਦੋਸਤ ਜਿਹੜੇ ਨੇ ਜਿੰਨੇ ਵੀ ਆਏ ਨੇ ਸਭ ਤੋਂ ਹੈਵੀ ਵੈਸੇ ਸੈਮੋਡਕ ਹੀ ਹੈਗਾ, ਇਸ ਵਾਸਤੇ ਕਿ ਅਸੀਂ ਜਿੰਨੀ ਦਫਾ ਇਸਤੇਮਾਲ ਕੀਤਾ ਨਾ ਤੇ ਬਿਲਕੁਲ ਠੰਡਾ ਹੋ ਜਾਂਦਾ। ਹਾਂ ਤੇ ਇਹਦੇ ਨਾਲ ਕਿਉਂਕਿ ਹੁਣ ਮੌਸਮ ਬਦਲ ਗਿਆ ਜੇ, ਹਾਂਜੀ ਕਿਉਂਕਿ ਫੀਡ ਬਹੁਤ ਗਰਮ ਹੁੰਦੀ ਆ। ਹਾਂਜੀ ਠੀਕ ਹੈ, ਇਸ ਵਾਸਤੇ ਚੂਜੇ ਦੀ ਤਸੀਰ ਜਿਹੜੀ ਆ ਨਾ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਠੀਕ ਹੋ ਗਿਆ, ਯਾਨੀ ਕਿ ਇਹਦੇ ਵਾਸਤੇ ਰਾਣੀ ਖੇਤ ਜਿਹੜੀ ਬਿਮਾਰੀ ਆ ਰਹੀ ਆ ਇਹ ਆਂਦੀ ਹੈ ਸਿਰਫ ਗਰਮੀ ਦੀ ਵਜ੍ਹਾ ਤੋਂ। ਸਿਰਫ ਗਰਮੀ ਦੀ ਵਜ੍ਹਾ ਤੋਂ। ਗਰਮੀ ਤਾਂ ਇਸ ਚੀਜ਼ ਤੋਂ ਮਹਿਸੂਸ ਹੁੰਦੀ ਹੈ ਕਿ ਜਿੱਥੇ ਸਾਡਾ 500 ਵਾਲਾ ਚੂਹਾ 500 ਦੀ ਜਗ੍ਹਾ ਅਸੀਂ ਉੱਥੇ 1000 ਪਾ ਲੈਨੇ ਆ ਜਾਂ ਉੱਥੇ 700 ਪਾ ਲੈਨੇ ਆ, ਬਿਲਕੁਲ ਜਾਇਜ਼ਤੀ ਆ, ਉਹ ਜ਼ਿਆਦਤੀ ਆ। ਉੱਥੋਂ ਜਿਹੜੇ ਕੋਈ ਗੱਡੀਆਂ ਵਾਲੇ ਮਾਲ ਲੈ ਕੇ ਆਉਂਦੇ ਨੇ ਉਹ ਵੀ ਮਤਲਬ ਮਾਲ ਤੁੰਨ ਕੇ ਪਾ ਲੈਂਦੇ ਨੇ, ਉਹ ਬਿਲਕੁਲ ਵੀ ਜਾਇਜ਼ਤੀ ਕਰਦੇ ਪਏ ਨੇ। ਦੇਖੋ ਅੱਜ ਇਹੀ ਗੱਲ ਹੈ ਨਾ ਕਿ ਲੋਕ ਕਿਰਾਏ ਦਾ ਲਾਲਚ ਕਰ ਲੈਂਦੇ ਆ ਨਾ ਕਿ ਜਿੰਨਾ ਮਾਲ ਚੱਲ ਜੇ ਅਗਲ ਚੱਲ ਜੇ, ਲੇਕਿਨ ਜਦੋਂ ਉਹ ਸ਼ੈੱਡ ਦੇ ਅੰਦਰ ਮਾਲ ਆਉਂਦਾ ਨਾ ਤੇ ਉਹ ਸ਼ੈੱਡ ਵਾਲਾ ਪਰੇਸ਼ਾਨ ਹੋ ਜਾਂਦਾ। ਇਸ ਕਰਕੇ ਦੋਸਤੋ ਕਿ ਤੁਸੀਂ ਮਤਲਬ ਕਿ ਜਦੋਂ ਮਾਲ ਮੰਗਵਾਉਣਾ ਵੀ ਹੈ ਨਾ ਤੇ ਤੁਸੀਂ ਖੁੱਲਾ ਡੁੱਲਾ ਮਾਲ ਮੰਗਵਾਉਣਾ ਜਾਂ ਗੱਡੀ ਅਗਰ ਭਾਈ ਉਹਨਾਂ ਦੱਸਿਆ ਕਿ ਅਗਰ ਇੱਕ ਗੱਡੀ ਦੇ ਵਿੱਚ 800 ਚੂਜ਼ਾ ਪੈਂਦਾ ਨਾ, ਇਹਨਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਮਾਲ ਜਦੋਂ ਅਸੀਂ ਲਾਹੌਰ ਦੀ ਮੰਡੀ ਦੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਗਰਮੀਆਂ ਦੇ ਵਿੱਚ ਅਗਰ ਤੁਹਾਡੀ ਗੱਡੀ ਦੇ ਵਿੱਚ 600 ਕਿਲੋ ਮਾਲ ਪੈਂਦਾ ਨਾ ਤੇ ਤੁਸੀਂ ਉਹਦੇ ਵਿੱਚ 400 ਕਿਲੋ ਮਾਲ ਪਾ ਕੇ ਤੇ ਫੇਰ ਲੈ ਕੇ ਜਾਣਾ ਜੇ। ਇਸ ਕਰਕੇ ਕਿ ਜਨਾਬ ਗਰਮੀ ਹੁੰਦੀ ਆ, ਘੁੱਟਿਆ ਜਾਂਦਾ ਮਾਲ, ਠੀਕ ਹੈ ਜੀ, ਮਾਲ ਹੀਟ ਅਪ ਹੋ ਜਾਂਦਾ ਤੇ ਇਸ ਕਰਕੇ ਮਾਲ ਨੂੰ ਮਸਲਾ ਬਣ ਜਾਂਦਾ ਆ। ਤਾਂ ਹੀ ਤੁਹਾਨੂੰ ਦੱਸਣ ਦਾ ਸਰ ਤਰੀਕਾ ਕਰ ਆਈ ਆ। ਹਾਂਜੀ ਤੇ ਅੱਜ ਕੱਲ੍ਹ ਜੇ ਮਾਲ ਬਹੁਤ ਗੱਡੀ ਵਿੱਚ ਘੱਟ ਪਾਓ। ਦੇਖੋ ਲਾਹੌਰੀਏ ਜਿਹੜੇ ਆ ਨਾ, ਜਿੱਥੇ 1000 ਕਿਲੋ ਲੈ ਕੇ ਆਉਂਦੇ ਰਹੇ, ਸਿਰਫ 600 ਕਿਲੋ 450 ਕਿਲੋ ਲੈ ਕੇ ਆਉਂਦੇ ਪਏ ਨੇ। ਠੀਕ ਹੈ, ਕਿਉਂਕਿ ਉਹ ਬਿਰਲਾ ਖੁੱਲਾ ਡੁੱਲਾ ਮਾਲ ਲੈ ਕੇ ਆਉਂਦੇ ਨੇ। ਉਹਨਾਂ ਨੂੰ ਇਸ ਚੀਜ਼ ਦਾ ਪਤਾ ਉਹਨਾਂ ਨੂੰ ਪਤਾ ਵਾ ਕਿ ਲਾਹੌਰ ਦੇ ਵਿੱਚ ਅੱਗੇ ਗਰਮੀ ਬੜੀ ਆ। ਹਾਂ ਠੀਕ ਹੈ, ਅਗਰ ਇੱਕ ਦਿਨ ਸਾਡਾ ਮਾਲ ਹੀਟ ਅਪ ਹੋ ਗਿਆ, ਗਰਮ ਹੋ ਗਿਆ, ਤਾਂ ਅੱਗੇ ਉਹਦੀ ਰਕਮ ਬਣਾਉਣੀ ਔਖੀ ਹੋ ਜਾਂਦੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ। ਉਹ ਇਸ ਵਾਸਤੇ ਸਿਰਫ ਨਾਰਮਲ ਜਿਹਾ ਉਹਨਾਂ 2-3 ਮਹੀਨੇ ਗੁਜ਼ਾਰਾ ਕਰਨਾ ਵਾ। ਹਾਂ ਜੋ ਸਰਦੀ ਆਈ ਨਾ ਉਹਨਾਂ ਮਾਲ ਡਬਲ ਲਿਆਣਾ ਸ਼ੁਰੂ ਕਰ ਦੇਣਾ। ਉਹਦੇ ਮਸਲਾ ਹੀ ਕੋਈ ਨਹੀਂ ਹੋਣਾ ਕਰਨਾ ਤੇ ਉਦੋਂ ਮਸਲਾ ਕੋਈ ਨਹੀਂ ਹੁੰਦਾ। ਇਸ ਵਾਸਤੇ ਦੋਸਤੋ ਗਰਮੀ ਬੜੀ ਹੁੰਦੀ, ਰਾਤ ਚ ਗੱਡੀ ਖਰਾਬ ਹੋ ਜਾਏ, ਹਾਂ ਰਾਸ਼ ਵਿੱਚ ਗੱਡੀ ਆਏ ਤੇ ਮਾਲ ਹੀਟ ਅਪ ਹੋ ਜਾਂਦਾ ਹੈ। ਦੋਸਤੋ ਗੱਲ ਇਸ ਜਿਸ ਟਾਈਮ ਵੀ ਮਾਲ ਗੱਡੀ ਤੁਸੀਂ ਲੈ ਕੇ ਨੇ ਦੋਸਤੋ, ਅੱਗੇ ਤੱਪੜ ਸਿਰਫ ਅੱਗੇ ਲਾ ਕੇ ਸਾਈਡਾਂ ਤੇ ਕੋਈ ਚੀਜ਼ ਨਹੀਂ ਲਾ ਕੇ ਆਉਣੀ। ਠੀਕ ਹੈ, ਇਹਦੀ ਵਜ੍ਹਾ ਪਤਾ ਕੀ ਹੈ ਦੋਸਤੋ ਕਿ ਹਰ ਮੌਸਮ 'ਚ ਹੀ ਕੰਟਰੋਲ ਕਰਨੇ ਪੈਂਦਾ। ਜੇ ਸਰਦੀਆਂ ਆ ਜਾਂਦੀਆਂ ਨੇ ਫਿਰ ਸਰਦੀ ਦੇ ਵਿੱਚ ਸਰਦੀ ਤੇ ਕੰਟਰੋਲ ਕਰਨੇ ਪੈਣਾ, ਜਦੋਂ ਗਰਮੀ ਆ ਜਾਂਦੀ ਫਿਰ ਗਰਮੀ ਤੇ ਕੰਟਰੋਲ ਕਰਨੇ ਪੈਣਾ। ਦੇਖੋ ਉਸ ਤਰ੍ਹਾਂ ਤਾਂ ਸਾਡੇ ਮੁਲਕ ਦੇ ਵਿੱਚ 4 ਮੌਸਮ ਨੇ, ਲੇਕਿਨ ਦੋ ਮੌਸਮ ਜਿਹੜੇ ਬਹੁਤ ਤਗੜੇ ਹੈਗੇ ਨੇ, ਠੀਕ ਹੈ ਨਾ, ਗਰਮੀ ਤੇ ਸਰਦੀ। ਇਹਨਾਂ ਕੋਲ ਦੋਵਾਂ ਕੋਲ ਬਚਣ ਵਾਸਤੇ ਤੇ ਅਸੀਂ ਤੁਹਾਨੂੰ ਆਸਤਾ ਸਾਰੇ ਤਰੀਕੇ ਦੱਸਦੇ ਜਾਵਾਂਗੇ, ਅੱਲਾ ਖੈਰ ਕਰੇ। ਤੇ ਲੇਕਿਨ ਹੁਣ ਜਿਹੜੀ ਇਸ ਟਾਈਮ ਚੱਲ ਰਹੀ ਹੈ ਬਿਮਾਰੀ ਰਾਣੀ ਖੇਤ ਹੈਗੀ ਜੀ, ਰਾਣੀ ਖੇਤ ਤੋਂ ਬਚਣ ਵਾਸਤੇ ਭਾਈ ਉਹਨਾਂ ਨੇ ਦੱਸਿਆ ਕਿ ਜਨਾਬ ਉਹ ਗਰਮੀ ਦੀ ਵਜ੍ਹਾ ਤੋਂ ਆਉਂਦੀ ਆ, ਉਹ ਗਰਮੀ ਦੇ ਕੰਟਰੋਲ ਕਰਨੇ ਪੈਣਾ। ਤੇ ਭਾਈ ਜੀ ਅਗਰ ਇਹ ਜੇ ਕਿਸੇ ਮਾਲ ਨੂੰ ਹੋ ਜਾਂਦੀ ਆ, ਬਿਮਾਰੀ ਲੱਗ ਜਾਂਦੀ ਆ, ਉਹਦਾ ਕੰਟਰੋਲ ਕਿਸ ਤਰੀਕੇ ਨਾਲ ਹੋਏਗਾ? ਦੇਖੋ ਉਹਨੂੰ ਦਵਾਈਆਂ ਤਾਂ ਸਾਰੀਆਂ ਪਾਉਣੀਆਂ ਪੈਂਦੀਆਂ ਨੇ। ਅੱਛਾ, ਲੇਕਿਨ ਗੱਲ ਇਸ ਤਰ੍ਹਾਂ ਵਾ ਕਿ ਜਦੋਂ ਬਿਮਾਰੀ ਆ ਜਿੱਤ ਜਾਂਦੀ ਹੈ ਤੇ ਫਿਰ ਉਸ ਦਵਾਈ ਜਾਂ ਅਸਰ ਕਰਨਾ ਛੱਡ ਜਾਂਦੀ ਹੈ। ਠੀਕ ਹੈ, ਸਿਰਫ ਇਹਦਾ ਪਰਹੇਜ਼ ਤੇ ਇਤਿਆਤ। ਅੱਛਾ, ਜਿੰਨਾ ਇਤਿਆਤ ਪਰਹੇਜ਼ ਕਰਾਂਗੇ, ਯਾਨੀ ਕਿ ਹੀਟ ਤੋਂ ਪਰਹੇਜ਼ ਕਰਨਾ ਆ, ਔਰ ਜਿਹੜੇ ਅਸੀਂ ਮਤਲਬ ਕਿ ਵਿਟਾਮਿਨ ਵਗੈਰਾ ਚਲਾਣੇ ਨੇ ਉਹ ਜ਼ਰੂਰੀ ਨੇ ਚਲਾਣੇ। ਜਦੋਂ ਅਗਰ ਕਿਸੇ ਦਾ ਮਸਲਾ ਬਣ ਜਾਂਦਾ ਉਹਨੂੰ ਕੋਈ ਹੈ ਦੱਸੋ ਕਿ ਦਵਾਈ ਜਿਹੜੀ ਇਸਤੇਮਾਲ ਕਰੇ? ਦਵਾਈਆਂ ਤੇ ਉਹਨੂੰ ਠੰਡੀਆਂ ਇਸਤੇਮਾਲ ਕਰਨੀ ਹੁੰਦੀਆਂ, ਸਾਹ ਵਾਲੀਆਂ ਕਰਨੀ ਪੈਂਦੀਆਂ ਨੇ। ਠੀਕ ਹੈ, ਦਵਾਈ ਉਹਨੂੰ ਹਰ ਕਿਸਮ ਦੀ ਡਾਕਟਰ ਕੋਲ ਜਾਓਗੇ ਤੁਹਾਨੂੰ ਹਰ ਮੌਸਮ ਦੀ ਦਵਾਈ ਦੇਗਾ। ਠੀਕ ਹੈ, ਲੇਕਿਨ ਕੰਟਰੋਲ ਹੋ ਜਾਏਗਾ, ਲੇਕਿਨ ਟਾਈਮ ਲੱਗਦਾ। ਠੀਕ ਹੈ, ਲੇਕਿਨ ਉਹਦੀ ਇਤਿਆਤ ਹੈ ਕਿ ਮਾਲ ਉੱਤੇ ਇਤਿਆਤ ਪਹਿਲੇ ਕਰੋ ਤੁਸੀਂ, ਮਾਲ ਲਿਆਉਣ ਚ ਮਾਲ ਰੱਖਣ ਚ ਉਹਦੀ ਇਤਿਆਤ, ਉਹ ਬਿਮਾਰੀ ਨਾ ਆਏ, ਬਿਮਾਰੀ ਮਸਲਾ ਹੀ ਨਹੀਂ ਬਣਨੀ। ਠੀਕ ਹੈ, ਅਗਰ ਕਿਸੇ ਸ਼ੈੱਡ ਦੇ ਵਿੱਚ ਅਗਰ ਕੋਈ ਬਿਮਾਰੀ ਆਂਦੀ ਹੈ ਜਾਂ ਹੈ, ਅਗਰ ਤੁਸੀਂ ਉੱਥੇ ਜਾਂਦੇ ਹੋ ਤੇ ਤੁਸੀਂ ਜਦੋਂ ਵਾਪਸ ਆਪਣੇ ਸ਼ਹਿਰ 'ਚ ਆਉਂਦੇ ਹੋ, ਉਹ ਦੱਸੋ ਕੀ ਕਰਨਾ? ਜਦੋਂ ਜੇ ਕਿਸੇ ਦੇ ਸ਼ਹਿਰ ਤੇ ਤੁਸੀਂ ਜਾਓਗੇ ਨਾ ਆਓਗੇ ਤੇ ਨਾ ਕੱਪੜੇ ਬਦਲ ਕੇ ਆਪਣੇ ਘਰ ਆਉਣਾ, ਆਪਣੇ ਸ਼ਹਿਰ ਦੇ ਵਿੱਚ ਫੇਰ ਆਉਣਾ, ਤਾਂ ਕਿ ਉਧਰ ਤੇ ਜਰਾਸੀਮ ਤੁਹਾਡੇ ਕੋਲ ਤੱਕ ਨਾ ਪਹੁੰਚਣ। ਉਧਰ ਨਾਲ ਤੇ ਗਰਮੀਆਂ ਵਿੱਚ ਨਾ ਜ਼ਿਆਦਾ ਫੇਰੀਵਾਨ ਦੀ ਤਿਆਰ ਕਰਨੀ। ਫੇਰੀਵਾਨ ਵੀ ਬੜੇ ਹੁੰਦੇ ਨੇ, ਫੇਰੀਵਾਨਾਂ ਕੋਲ ਬੜੇ ਜਰਾਸੀਮ ਹੁੰਦੇ ਨੇ। ਜਰਾਸੀਮ ਹੁੰਦੇ ਨਹੀਂ, ਜਰਾਸੀਮ ਨੇ ਫੇਰੀਵਾਨ। ਹਾਂਜੀ, ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸ ਦਿੰਦੇ ਆ, ਕਿਸੇ ਵੀ ਫੇਰੀਵਾਨ ਨੂੰ ਜਿੰਨਾ ਮਰਜ਼ੀ ਤੁਹਾਡਾ ਸੱਜਣ ਹੋਵੇ, ਜਿੰਨਾ ਮਰਜ਼ੀ ਮਿੱਠਾ ਬਣ ਕੇ ਤੁਹਾਡੇ ਨਾਲ ਗੁਫ਼ਤਗੂ ਕਰੇ, ਉਸ ਨੂੰ ਸ਼ੈੱਡ ਦੇ ਅੰਦਰ ਦਾਖਲ ਨਹੀਂ ਹੋਣ ਦੇਣਾ। ਬਿਲਕੁਲ ਨਹੀਂ ਹੋਣ ਦੇਣਾ। ਉਸ ਨੂੰ ਅਗਰ ਝਾਂਤੀ ਮਰਵਾਣੀ ਹੈ ਨਾ, ਤੁਸੀਂ ਕਹਿੰਦੇ ਕਿ ਝਾਂਤੀ ਮਾਰ ਲੈ ਯਾਰ ਸਾਡੇ ਚੂਜ਼ੇ ਨੂੰ, ਦੇ ਕੀ ਰੇਟ ਆ, ਉਹਨੂੰ ਬਾਹਰ ਜਾਲੀਆਂ 'ਚ ਝਾਂਤੀ ਮਰਵਾਣੀ ਹੈ। ਚੂਚਾ ਲਿਆ ਕੇ ਬਾਹਰੋਂ ਲਿਆ ਕੇ ਵੀ ਉਹਨੂੰ ਨਹੀਂ ਦੇਣਾ। ਅਗਰ ਤੇ ਤੁਹਾਡਾ ਖਰੀਦਦਾਰ ਹੈ ਪੱਕਾ, ਉਹਨੇ ਖਰੀਦਣਾ ਤੇ ਫਿਰ ਤਾਂ ਤੁਹਾਨੂੰ ਮਾਲ ਦੇਣੇ ਪੈਣਾ। ਠੀਕ ਹੈ, ਫਿਰ ਤਾਂ ਤੁਸੀਂ ਦਿਓ। ਅਗਰ ਤੇ ਉਹ ਝਾਂਤੀ ਮਾਰਨ ਵਾਸਤੇ ਆਇਆ ਨਾ, ਸਿਰਫ ਵੇਖਣ ਵਾਸਤੇ ਆਇਆ, ਤੇ ਫਿਰ ਉਹਨੂੰ ਹਰਗਸ ਨਹੀਂ ਉਹਦੇ ਤੱਕ ਚੂਚੇ ਤੱਕ ਉਹਨੂੰ ਜਾਣ ਨਹੀਂ ਦੇਣਾ। ਇਸ ਵਾਸਤੇ ਇਹ ਫੇਰੀਵਾਨ ਜੈਲਸੀ ਵੀ ਬਹੁਤ ਹੁੰਦੇ ਹੀ, ਠੀਕ ਹੈ ਨਾ, ਇਹ ਜੈਲਸੀ ਵੀ ਬਹੁਤ ਹੁੰਦੇ ਨੇ। ਇਹ ਕਹਿੰਦੇ ਨੇ ਕਿ ਜਨਾਬ ਠੀਕ ਹੈ, ਗੰਦੇ ਜਰਾਸੀਮ ਵਾਲੇ ਸ਼ਹਿਰ ਚੋਂ ਆ ਕੇ ਉਧਰ ਉਹਨਾਂ ਨੂੰ ਪਤਾ ਹੁੰਦਾ ਕਿ ਜਰਾਸੀਮ ਜਿਹੜੇ ਨਹੀਂ ਗਏ ਚੂਚੇ ਹੱਥ ਹੁੱਥ ਲਾਣਾ ਤਾਂ ਜਰਾਸੀਮ ਇਸ ਸ਼ਹਿਰ ਦੇ ਵਿੱਚ ਵੀ ਆ ਜਾਣੇ ਨੇ, ਕਿਉਂਕਿ ਇਹ ਜਿਹੜੇ ਹੁੰਦੇ ਨੇ ਫੇਰੀਵਾਨ, ਇਹ ਜੈਲਸੀ ਬਹੁਤ ਹੁੰਦੇ ਨੇ। ਠੀਕ ਹੈ ਨਾ, ਇਹ ਇੱਕ ਦੂਸਰੇ ਦੇ ਤੋਂ ਜੈਲਸ ਬਹੁਤ ਜ਼ਿਆਦਾ ਕਰਦੇ ਨੇ। ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਨਾਬ ਇਹਨਾਂ ਤੱਕ ਚੂਚਾ ਨਾ ਪਹੁੰਚਾਏ। ਇਹਨਾਂ ਦਿਨਾਂ ਦੇ ਵਿੱਚ ਖਾਸ ਕਰ ਜਿਹੜੇ 2-3 ਮਹੀਨੇ ਹੈਗੇ ਨੇ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਫੇਰੀਵਾਨ ਤੋਂ ਵੀ ਇhtiyat ਕਰਨੀ ਹੈ। ਅਗਰ ਕਿਸੇ ਨੂੰ ਝਾਂਤੀ ਮਰਵਾਣੀ ਆ, ਅਗਰ ਉਹ ਕਹਿੰਦਾ ਮੈਂ ਮਾਲ ਖਰੀਦਣ ਆਇਆ ਹੈ ਤਾਂ ਉਹਨੇ ਕਹਾ ਭਾਈ ਪਹਿਲੇ ਉਧਰ ਝਾਂਤੀ ਮਾਰ, ਅੰਦਰ ਨਹੀਂ ਜਾਣਾ ਹੈਗਾ।
ਜੇਕਰ ਤੂੰ ਚੂਜ਼ਾ ਮਤਲਬ ਕਿ ਖਰੀਦਣਾ ਹੈ ਖੜਨਾ ਹੈ ਤੇ ਕਹਿਣਾ ਤੇ ਫਿਰ ਮੈਂ ਤੈਨੂੰ ਲੈ ਜਾਣਾ। ਅਗਰ ਤੂੰ ਕਹਿੰਦਾ ਕਿ ਝਾਂਤੀ ਮਾਰਨਾ ਹੈ ਮੇਰਾ ਰੇਟ ਨਹੀਂ ਹੋਣਾ ਜੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਨੱਠ ਜਾਂਦੇ ਨੇ ਤੇ ਜਰਾਸੀਮ ਜਿਹੜੇ ਉਹ ਦੇ ਜਾਂਦੇ ਨੇ, ਕਿਉਂਕਿ ਤਰ੍ਹਾਂ ਦੇ ਛੱਡਾਂ ਦੇ ਵਿੱਚ ਗਏ ਹੁੰਦੇ ਨੇ, ਠੀਕ ਹੈ ਨਾ। ਉਹਨਾਂ ਨੂੰ ਕੀ ਲੱਗੇ ਕੱਪੜੇ ਬਦਲ ਕੇ ਜਾਣਾ ਕਿ ਨਹੀਂ ਜਾਣਾ, ਉਹਨਾਂ ਦੇ ਉਸੇ ਕੱਪੜੇ 'ਚ ਮਹੀਨਾ ਕੱਢਣਾ ਹੁੰਦਾ, ਠੀਕ ਹੈ ਨਾ। ਉਹਨਾਂ ਦੇ ਉਸੇ ਕੱਪੜੇ ਦੇ ਵਿੱਚ ਮਹੀਨਾ ਕੱਢਣਾ ਹੁੰਦਾ। ਉਹਨਾਂ ਦੇ ਉਹ ਕੰਮ ਵਾਲੇ ਕੱਪੜੇ ਹੁੰਦੇ ਨੇ, ਜਿਸ ਤਰ੍ਹਾਂ ਅਸੀਂ ਨਹੀਂ ਕਿ ਪੱਠੇ ਪੁੱਠੇ ਵੱਢਣੇ ਹੋਣ ਜਾਂ ਕਿਤੇ ਸਫਾਈ ਸੁਫਾਈ ਕਰਨੀ ਹੁੰਦੀ ਜਾਂ ਕੰਮ ਵਾਲੇ ਕੱਪੜੇ ਪਾ ਲਓ, ਉਹਨਾਂ ਦਾ ਵੀ ਉਹ ਕੰਮ ਵਾਲੇ ਕੱਪੜੇ ਹੁੰਦੇ ਨੇ, ਠੀਕ ਹੈ ਦੋਸਤੋ। ਇਸ ਵਾਸਤੇ ਕੋਈ ਮਹੀਨਾ ਨਹੀਂ ਧੋਂਦੇ ਹੈਗੇ, 10 ਦਿਨ ਨਹੀਂ ਧੋਂਦੇ ਹੈਗੇ, 10 ਉਹੀ ਕੱਪੜਾ ਪਾਇਆ ਹੁੰਦਾ ਉਹਨਾਂ ਨੇ, ਪਾਣੇ ਸਵੇਰੇ ਚੇਂਜ ਕਰਕੇ ਆਉਣਾ। ਹੁਣ ਪਤਾ ਕਿ ਜਿੱਥੇ ਵੀ ਜਾਣਾ, ਜਿਸ ਸ਼ੈੱਡ 'ਚ ਵੀ ਜਾਣਾ, ਮਾਲ ਫੜਨਾ, ਬੈਠੀ ਲੱਗਣੀ ਹੈ, ਕੱਟਾ ਹੀ ਪੈਣਾ ਸਾਡੇ ਤੇ, ਉਹਨਾਂ ਨਵੇਂ ਕੱਪੜੇ ਪਾ ਕੇ ਤੇ ਤੁਹਾਡੇ ਕੋਲ ਆਉਣਾ ਕੋਈ ਨਹੀਂ। ਇਸ ਕਰਕੇ ਤੁਸੀਂ ਇਸ ਚੀਜ਼ ਤੇ ਵੀ ਇhtiyat ਕਰਨੀ ਹੈ ਕਿ ਜਨਾਬ ਫੇਰ ਹੀ ਮਾਨ ਅਗਰ ਤੁਹਾਡੇ ਕੋਲ ਕੋਈ ਆਂਦਾ ਨਾ ਤੇ ਉਹਦੀ ਝਾਂਤੀ ਅਗਰ ਮਰਵਾਉਣੀ ਹੈ ਤਾਂ ਉਹਨੂੰ ਜਾਲੀਆਂ ਦੇ ਵਿੱਚ ਬਾਹਰੋਂ ਜਾਲੀਆਂ ਦੀ ਝਾਂਤੀ ਮਰਵਾ ਦਿਓ ਉਹਨੂੰ, ਭਾਈ ਇਹ ਮਾਲ ਜੀ ਸਾਡਾ। ਅਗਰ ਉਹ ਕਹਿੰਦਾ ਕਿ ਜੁੱਤੀ ਤੁਹਾਨੂੰ ਦੱਸਣਾ ਕਿ ਉਹਦੀ ਜਿਹੜੀ ਜੁੱਤੀ ਹੁੰਦੀ ਹੈ ਨਾ, ਹਾਂਜੀ, ਉਹਦੀ ਜੁੱਤੀ ਨਾਲ ਦੂਰ ਛੱਡਦੀਆਂ ਬਿੱਠਾਂ ਲਾਜ਼ਮੀ ਲੱਗੀਆਂ, ਬਿੱਠਾਂ ਦੀ ਲਾਜ਼ਮੀ ਲੱਗੀਆਂ ਹੁੰਦੀਆਂ ਨੇ, ਉਹੀ ਜਰਾਸੀਮ ਦੇ ਕੇ ਨਿਕਲ ਜਾਂਦਾ, ਉਹੀ ਜਰਾਸੀਮ ਦੇ ਕੇ ਨਿਕਲ ਜਾਂਦਾ, ਠੀਕ ਹੈ ਜੀ। ਜਿੰਨੇ ਤੇ ਇਸ ਕਰਕੇ ਤੁਹਾਡੀ ਇਹ ਦੋਸਤੋ ਤੁਹਾਨੂੰ ਦੱਸਣ ਦਾ ਸਿਰਫ ਮਕਸਦ ਇਹੋ ਹੀ ਹੈ, ਨਿੱਕੀ ਨਿੱਕੀ ਗੱਲਾਂ ਖੋਲਣ ਦਾ ਮਕਸਦ ਸਿਰਫ ਇਹੀ ਹੈ ਕਿ ਜਨਾਬ ਤੁਸੀਂ ਇhtiyat ਕਰੋ ਤਾਂ ਕਿ ਤੁਹਾਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ, ਠੀਕ ਹੈ ਦੋਸਤੋ। ਇੱਕ ਚੀਜ਼ ਹੋਰ ਹੈਗੀ ਆ ਕਿ ਇਹਨੂੰ ਤੁਸੀਂ ਮਾਲ ਭਾਈ ਉਹਨਾਂ ਨੇ ਦੱਸਿਆ ਕਿ ਤੰਗ ਜਗ੍ਹਾ 'ਚ ਨਹੀਂ ਰੱਖਣਾ ਹੈਗਾ, ਠੀਕ ਹੈ ਨਾ, ਤੇ ਜਗ੍ਹਾ ਉਹਦੇ ਵਾਸਤੇ ਖੁੱਲੀ ਰੱਖਣੀ ਆ, ਖਾਸ ਕਰ 2-3 ਮਹੀਨੇ, ਠੀਕ ਹੈ ਭਾਈ। ਬਾਕੀ ਜੇ ਅਲੀ ਰਹਿਮਾਨ ਆ ਗੁਜਰਾਂਵਾਲੇ ਦਾ, ਉਹਨੇ 5000 ਚੂਜ਼ਾ ਪਾਇਆ ਦਾ ਸੀ, ਉਹਦਾ 800 ਚੂਜ਼ੇ ਦੀ ਮਲਟੈਟੀ ਹੋਈ ਆ, ਠੀਕ ਹੈ। 800 ਚੂਜ਼ਾ ਦਾ ਜ਼ਾਇਆ ਹੋਇਆ, ਕੁਛ ਚੂਜ਼ਾ ਉਹਨੇ ਵੇਚ ਦਿੱਤਾ। ਇਸ ਟਾਈਮ ਉਹਦਾ ਚੂਜ਼ਾ ਜਿਹੜਾ ਨਾ ਉਹ 60 ਦਿੰਦਾ ਆ, ਲੇਕਿਨ ਉਹਦਾ ਜਿਹੜਾ ਵਜ਼ਨ ਆ ਨਾ ਐਵਰੇਜ ਜਿਹੜੀ ਆ ਨਾ ਉਹ 450 ਆ ਰਹੀ ਆ, ਤੇ ਉਹ ਵੇਚਣਾ ਚਾਹੁੰਦਾ, ਠੀਕ ਹੈ। ਉਹ ਵੇਚਣਾ ਮਤਲਬ ਚਾਹੁੰਦਾ ਕਿ ਮਿਕਸ ਮਾਲ ਦਾ ਕੋਈ ਬ੍ਰੋਕਰ ਦਾ ਨੰਬਰ ਦਿਓ ਗੁਜਰਾਂਵਾਲੇ ਦਾ। ਗੁਜਰਾਂਵਾਲੇ ਦਾ ਨਾਰੋਵਾਲੀ ਖਰੀਦਣਾ, ਨਾਰੋਵਾਲੀ ਖਰੀਦਣਾ, ਨਾਰੋਵਾਲੀ ਖਰੀਦ ਕੇ। ਗੁਜਰਾਂਵਾਲੇ ਦਾ ਕੋਈ ਬ੍ਰੋਕਰ ਨਹੀਂ ਹੈਗਾ? ਨਹੀਂ ਉਧਰ ਨਾਰੋਵਾਲੀ ਦਾ ਦਿਓ ਨੰਬਰ, ਲਿਖੋ 0300 ਪੂਰਾ 0300 ਪੂਰਾ 800 ਪੂਰਾ 800 ਪੂਰਾ 1587 ਭਾਈ ਰਹਿਮਾਨ ਗੁਜਰਾਂਵਾਲੇ ਦਾ ਭਾਈ ਹੁਣੀ ਕਹਿੰਦੇ ਕਿ ਕੋਈ ਬ੍ਰੋਕਰ ਨਹੀਂ ਹੈਗਾ ਜਿਹੜਾ ਕੋਈ ਮਾਲ ਖਰੀਦਦਾ ਹੈ। ਨਾਰੋਵਾਲ ਦੇ ਲੋਕ ਨੇ ਜਿਹੜੇ ਜਾ ਕੇ ਮਾਲ ਖਰੀਦ ਕੇ ਲੈਂਦੇ ਨੇ, ਤੇ ਨਾਰੋਵਾਲ ਦੇ ਬ੍ਰੋਕਰ ਦਾ ਤੁਹਾਨੂੰ ਅਸੀਂ ਨੰਬਰ ਦੇ ਦਿੱਤਾ। ਕੀ ਨਾਂ ਜੀ ਇਹਨਾਂ ਦਾ? ਹਾਜੀ ਲਿਆਕਤ ਸਾਹਿਬ ਨੇ, ਠੀਕ ਹੈ ਜੀ। ਇਹ ਬ੍ਰੋਕਰ ਨੇ ਨਾਰੋਵਾਲ ਦੇ, ਠੀਕ ਹੈ ਜੀ। ਇਹਨਾਂ ਦਾ ਕੋਲ ਨਾਲ ਤੁਸੀਂ ਗੁਫ਼ਤਗੂ ਕਰ ਲਓ, ਇਹਨਾਂ ਨੂੰ ਆਪਣਾ ਮਾਲ ਦੀ ਵੀਡੀਓ ਦੱਸੋ, ਵੀਡੀਓ ਵਿਖਾਓ, ਉਹਨਾਂ ਨੂੰ ਵਜ਼ਨ ਦੱਸੋ, ਐਵਰੇਜ ਦੱਸੋ, ਜੋ ਵੀ ਸਵਾਲ ਕਰਦੇ ਹੋ ਜਵਾਬ ਦਿਓ। ਉਸ ਤੋਂ ਬਾਅਦ ਇਹਨਾਂ ਨਾਲ ਡੀਲ ਕਰੋ। ਤੁਹਾਡੀ ਡੀਲ ਅਗਰ ਹੋ ਜਾਂਦੀ ਹੈ ਤਾਂ ਦੱਸਿਓ, ਅਗਰ ਨਹੀਂ ਹੋਏਗੀ ਤਾਂ ਫਿਰ ਵੀ ਤੁਸੀਂ ਤੁਹਾਨੂੰ ਦੱਸਿਆ ਕਿ ਜਨਾਬ ਤੁਸੀਂ ਕੱਲ ਦੇ ਗਰੁੱਪ ਦੇ ਵਿੱਚ ਐਡ ਵੀ ਹੋ ਚੁੱਕੇ ਦਿਓ, ਗਰੁੱਪ ਦੇ ਵਿੱਚ ਵੀ ਤੁਸੀਂ ਜਨਾਬ ਆਪਣਾ ਨੰਬਰ ਦਿਓ, ਆਪਣੇ ਗੁਫ਼ਤਗੂ ਕਰੋ ਕਿ ਜਨਾਬ ਮੈਂ ਮਾਲ ਸੇਲ ਕਰਨਾ, ਕੋਈ ਨਾ ਕੋਈ ਗਾਹਕ ਤੁਹਾਨੂੰ ਉੱਥੇ ਵੀ ਲੱਭ ਜਾਏਗਾ। ਨਹੀਂ ਤਾਂ ਫਿਰ ਲਿਆਕਤ ਸਾਹਿਬ ਨਾਲ ਤੁਸੀਂ ਰਾਬਤਾ ਕਰ ਲਵੋ, ਲਿਆਕਤ ਸਾਹਿਬ ਤੁਹਾਡੇ ਮਾਲ ਦਾ ਵੀ ਕੋਈ ਰੇਟ ਜੋ ਵੀ ਲਾਏਗਾ ਗਾਣਗੇ ਰੇਟ, ਠੀਕ ਹੈ ਨਾ। ਅੱਜ ਕੱਲ ਜੋ ਰੇਟ ਮਿਕਸ ਦਾ ਚੱਲਦਾ ਪਿਆ ਭਾਈ ਜੀ, ਕਿੰਨਾ ਰੇਟ ਚੱਲਦਾ ਪਿਆ? 750 ਰੁਪਏ ਰੇਟ ਚੱਲਦਾ ਪਿਆ ਭਾਈ ਜੀ, ਠੀਕ ਹੈ ਨਾ। ਤੇ ਤੁਸੀਂ ਕੋਸ਼ਿਸ਼ ਕਰਨੀ, ਅਗਰ ਤੁਸੀਂ ਮਾਲ ਚਕਵਾਉਣਾ ਨਾ ਤਾਂ ਫਿਰ ਤੁਸੀਂ ਕੋਸ਼ਿਸ਼ ਲਾਲਚ ਦੀ ਨਹੀਂ ਕਰਨੀ ਕਿ ਯਾਰ ਹੋ ਸਕਦਾ ਅਗਲੇ ਦਿਨ 800 ਹੋ ਜਾਏ, ਕਿਉਂਕਿ ਅਗਲੇ ਦਿਨ ਜਿਹੜੇ ਆ ਨਾ ਅਸੀਂ ਅਗਲੇ ਦਿਨ ਸੁਣ ਕੇ ਤੇ ਅਸੀਂ ਮਤਲਬ ਕਿ ਥੱਕ ਗਏ ਆ ਇਸ ਚੀਜ਼ ਤੋਂ ਕਿ ਜੋ ਵਕਤ ਹੈ ਨਾ ਹਾਲ ਚ ਹੈ ਨਾ ਉਹੀ ਆ, ਜੋ ਉਸ ਵਕਤ ਦਾ ਰੇਟ ਹੈ ਨਾ ਉਹਦੇ ਵਿੱਚ ਮਾਲ ਚਕਵਾ ਦਿਓ। ਅਗਲੇ ਦਿਨ ਚ ਕੀ ਪਤਾ ਨਾ ਕੀ ਵਧਣਾ ਆ, ਘਟਣਾ ਆ, ਜਾਂ ਬਿਮਾਰੀ ਆ ਜਾਣੀ ਆ, ਠੀਕ ਹੈ ਨਾ। ਮੌਜੂਦਾ ਜੋ ਰੇਟ ਹੁੰਦਾ ਨਾ ਦੋਸਤੋ ਉਹਦੇ ਤੇ ਤੁਸੀਂ ਮਤਲਬ ਕਿ ਜੋ ਵੀ ਹੁੰਦਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰਿਆ ਕਰੋ। ਇਸ ਕਰਕੇ ਤਿਆਰ ਆ ਤੇ ਫਿਰ ਜੋ ਰੇਟ ਜੋ ਤਿਆਰ ਹੈ ਨਾ, ਦੇਖੋ ਫਸਲ ਆ ਸਾਡੀ ਪੱਕ ਜਾਂਦੀ ਆ, ਹਾਂਜੀ, ਤੇ ਵਕਤ ਅਗਰ 4000 ਰੇਟ ਤੇ ਅਸੀਂ ਹੁਣ 5000 ਚ ਵੇਚਣੇ, ਸਾਡੀ ਜ਼ਿਆਦਤੀ ਆ। ਦੇਖੋ ਸਾਰੀ ਦੁਨੀਆ ਦਾ ਰੇਟ ਆ ਨਾ, ਸਾਡਾ ਕੱਲਿਆਂ ਦਾ ਰੇਟ। ਬਿਲਕੁਲ ਉਹ ਜੇ ਨਫਾ ਜਾਂ ਨੁਕਸਾਨ ਉਹ ਤੇ ਫਿਰ ਵਕਤ ਦੇ ਨਾਲ ਹੀ ਹੈ ਨਾ। ਦੇਖੋ ਸਾਡੀ ਫਸਲ ਜੀ ਤਿਆਰ ਆ, ਹਾਂਜੀ, ਤੇ ਫਿਰ ਉਹਨੂੰ ਡੱਕਣ ਦਾ ਮਕਸਦ ਕੋਈ ਨਹੀਂ ਹੈਗਾ। ਇਸ ਵਾਸਤੇ ਤੁਸੀਂ ਦੋਸਤੋ ਇਸ ਤਰ੍ਹਾਂ ਕਰਨਾ ਕਿ ਤੁਸੀਂ ਲਾਲਚ ਨਹੀਂ ਕਰਨਾ। ਇਹ ਭਾਈ ਤੁਸੀਂ ਇੱਕ ਮਿਸਾਲ ਦਿੰਦੇ ਹੁੰਦੇ ਹੋ, ਖੱਲਾਂ ਭਰੀਆਂ, ਕੀ ਕਹਿੰਦੇ ਹੁੰਦੇ ਹੋ? ਸਾਹ ਭਰੀਆਂ ਖੱਲਾਂ ਨੇ ਇਹ, ਠੀਕ ਹੈ ਜੀ। ਇਹਨਾਂ ਦੇ ਸਾਹ ਚੱਲਦੇ ਪਏ ਨੇ ਤੇ ਪੈਸੇ ਲੱਭਣੇ ਨੇ, ਸਾਹ ਬੰਦ ਹੋ ਗਏ ਤੇ ਪੈਸੇ ਖਤਮ ਹੋ ਗਏ, ਸਮਝ ਲਓ ਤੁਸੀਂ। ਇਸ ਕਰਕੇ ਜੋ ਮੌਜੂਦਾ ਰੇਟ ਹੁੰਦਾ, ਵਕਤ ਦਾ ਜੋ ਰੇਟ ਹੁੰਦਾ ਨਾ, ਉਹਦੇ ਰੇਟ ਨਾਲ ਕਿ ਤੁਹਾਡਾ ਮਾਲ ਤਿਆਰ ਹੈ ਤੇ ਤੁਸੀਂ ਉਹਨੂੰ ਫਿਲ ਫੋਰ ਸੇਲ ਕਰ ਦਿਓ, ਠੀਕ ਹੈ ਦੋਸਤੋ। ਇਸ ਵਾਸਤੇ ਕਿ ਜਨਾਬ ਇਹਨੂੰ ਤੁਸੀਂ ਡੱਕਣਾ ਨਹੀਂ ਹੈਗਾ। ਜਿਸ ਟਾਈਮ ਜਿਹੜਾ ਤੁਹਾਡਾ ਰੇਟ ਲੱਗਦਾ ਨਾ, ਤੁਹਾਡੀ ਮਿਹਰਬਾਨੀ ਹੈ ਉਹਨੂੰ ਮਾਲ ਉਸ ਟਾਈਮ ਕੱਢਣ ਦੀ ਕੋਸ਼ਿਸ਼ ਕਰੋ। ਉਹਦੇ ਵਿੱਚ ਚਾਹੇ ਤੁਹਾਨੂੰ ਨੁਕਸਾਨ ਆ ਚਾਹੇ ਤੁਹਾਨੂੰ ਨਫਾ ਆ। ਦੇਖੋ ਬਲੈਲਰ ਵਾਲੇ ਲੋਕ ਨੇ ਜਿਹੜੇ ਬਲੈਲਰ ਦਾ ਕਾਰੋਬਾਰ ਕਰਦੇ ਪਏ ਨਾ, ਉਹ ਕੀ ਕਰਦੇ ਨੇ, ਜਦੋਂ ਨਾ ਮਾਲ ਤਿਆਰ ਹੁੰਦਾ ਡੱਕਦੇ ਤੇ ਨਹੀਂ ਨਾ, ਉਹ ਮੰਡੀ ਡਾਊਨ ਆ, ਮੰਡੀ ਤੇਜ਼ ਆ, ਕੱਢ ਦਿੰਦੇ ਨੇ, ਵੇਚ ਦਿੰਦੇ ਨੇ। ਇਸ ਵਾਸਤੇ ਉਹਨਾਂ ਪਤਾ ਕਿ ਅਗਰ ਮੰਡੀ ਡਾਊਨ ਆ ਕੋਈ ਗੱਲ ਨਹੀਂ, ਅਗਲੇ ਦਿਨ ਅਗਲੇ ਫਲਾਗ 'ਚ ਸਹੀ, ਠੀਕ ਹੈ ਦੋਸਤੋ। ਇਸ ਕਰਕੇ ਤੁਸੀਂ ਮਾਲ ਨੂੰ ਡੱਕਣ ਦੀ ਕੋਸ਼ਿਸ਼ ਨਹੀਂ ਕਰਨੀ ਹੈ ਕਿ ਜਿੱਥੇ ਤੁਹਾਡਾ ਰੇਟ ਸਹੀ ਲੱਗਦਾ, ਜਿਸ ਤਰ੍ਹਾਂ ਤੁਹਾਡਾ ਰੇਟ ਲਾਉਂਦਾ ਨਾ ਕੋਈ, ਅਗਰ 10 ਫੇਰੀ ਵਾਹਨ ਆਉਂਦੇ ਆ ਕਹਿੰਦੇ ਨੇ 700 ਸਮਝ ਲਓ ਫਿਰ 700 ਹੀ ਰੇਟ ਹੈਗਾ। ਤੇ ਅਗਰ ਕੋਈ ਆ ਕੇ ਤੁਹਾਨੂੰ 800 ਕਹਿੰਦਾ ਤੇ ਸਮਝ ਲਓ 800 ਹੀ ਰੇਟ ਹੈਗਾ, ਠੀਕ ਹੈ ਨਾ। ਫੇਰੀ ਵਾਹਨ ਵੀ ਜਗ੍ਹਾ ਤੇ ਫੇਰਦੇ ਨੇ, ਕੋਈ 10-20 ਰੁਪਏ ਦਾ ਫਰਕ ਥੱਲੇ ਉੱਤੇ ਬੰਦਾ ਕਰ ਲੈਂਦਾ ਹੈਗਾ। ਤੇ ਤੁਸੀਂ ਕੋਸ਼ਿਸ਼ ਕਰਨੀ ਕਿ ਮਾਲ ਡੱਕਣਾ ਨਹੀਂ ਹੈਗਾ। ਗਰਮੀਆਂ ਨੇ ਇਹਦੇ ਵਿੱਚ ਮਾਲ ਨੂੰ ਤੁਸੀਂ ਡੱਕਣਾ ਨਹੀਂ। ਅਗਰ ਤੁਹਾਡਾ ਮਾਲ ਤਿਆਰ ਹੈ ਤੇ ਤੁਸੀਂ ਫਿਲ ਫੋਰ ਉਹਨੂੰ ਜਨਾਬ ਸੇਲ ਕਰਨ ਦੀ ਕੋਸ਼ਿਸ਼ ਕਰੋ ਜਿਸ ਰੇਟ ਤੇ ਵੀ ਲੱਗਦਾ ਹੈਗਾ। ਉਹਦੇ ਚ ਚਾਹੇ ਤੁਹਾਨੂੰ ਨੁਕਸਾਨ ਹੋ ਰਿਹਾ ਚਾਹੇ ਤੁਹਾਨੂੰ ਨਫਾ ਹੋ ਰਿਹਾ, ਕਿਉਂਕਿ ਇਹ ਸੀਜ਼ਨ ਬਾਈ ਸੀਜ਼ਨ ਹੁੰਦੇ ਨੇ। ਇਹ ਅੱਜ ਅਗਰ ਇਹ ਫਲਾਗ ਮੱਠਾ ਲੱਗਾ ਲੱਗ ਹੈਰ ਕਰੇ, ਅਗਲਾ ਫਲਾਗ ਤਗੜਾ ਲੱਗ ਜਾਏਗਾ। ਆ ਲਿਓ ਜੀ ਭਾਈ ਬੱਗੇ ਨੇ ਜਨਾਬ, ਇਹ ਦੇਖੋ ਗਰਮੀਆਂ ਨਾ, ਗਰਮੀਆਂ ਦੇ ਕਰਕੇ ਜਨਾਬ ਉਹਨਾਂ ਨੇ ਬਾਹਰ ਥੋੜੀ ਜਗ੍ਹਾ ਵੀ ਬਣਾਈ ਦੀ ਆ ਕਿ ਜਦੋਂ ਚੂਜ਼ੇ ਨੂੰ ਜ਼ਿਆਦਾ ਗਰਮੀ ਲੱਗਣ ਦੀ ਲੱਗੇ ਨਾ, ਇਹ ਦੇਖੋ ਜਾਲੀ ਲਾਈ ਦੀ, ਮੋਟੀ ਜਾਲੀ ਉਹਨਾਂ ਨੇ, ਠੀਕ ਹੈ ਨਾ।
ਗਰਮੀਆਂ 'ਚ ਤੁਹਾਨੂੰ ਦੱਸਣ ਲੱਗਿਆ ਜਨਾਬ ਇਤਿਹਾਸ। ਇਹ ਭਾਈ ਬੱਗੇ ਤੁਹਾਨੂੰ ਪਤਾ ਫਨਕਾਰ ਆਦਮੀ ਨੇ, ਇਹਨਾਂ ਨੇ ਜਨਾਬ ਪਹਿਲੇ ਹੀ ਪਤਾ ਕਿ ਉਹਨਾਂ ਨੂੰ ਕਿ ਇਹ ਚੀਜ਼ ਬਿਮਾਰੀਆਂ ਵਗੈਰਾ ਆਉਂਦੀਆਂ ਨੇ। ਇਹਨਾਂ ਨੇ ਜਾਲੀ ਲਾਈ ਦੀ ਮੋਟੀ ਆਪਣੇ ਸ਼ਹਿਰ ਦੇ ਬਾਹਰਲੀ ਸਾਈਡ ਤੇ ਕੋਈ 2 ਮਰਲੇ ਦੀ ਜਗ੍ਹਾ ਹੈਗੀ ਇਹਨਾਂ ਕੋਲ। ਇਹ ਮੋਟੀ ਜਾਲੀ ਲਾ ਕੇ ਨਾ ਤੇ ਚੂਹਾ ਸਾਰਾ ਹੀ ਆਜ਼ਾਦ ਕੀਤਾ ਦਾ। ਇਹ ਸਾਰਾ ਚੂਹਾ ਬਾਹਰ ਆ ਰਿਹਾ, ਜਿਹਦਾ ਦਿਲ ਕਰੇ ਬਾਹਰ ਆ ਕੇ ਫਿਰੇ ਟੁਰੇ। ਉਹ ਛੱਡ ਤੇ ਛੱਡ ਦੇ ਅੰਦਰ ਮਾਲ, ਠੀਕ ਹੈ ਨਾ। ਹਾਂਜੀ ਠੀਕ ਹੈ, ਠੀਕ ਹੈ ਦੋਸਤੋ। ਇਹ ਦੇਖੋ ਇਸ ਤਰ੍ਹਾਂ ਇੱਕ ਰਾਨੀ ਖੇਤ ਤੋਂ ਬਚਣ ਵਾਸਤੇ ਇਹਨਾਂ ਨੇ ਦੱਸਿਆ ਕਿ ਗਰਮੀ ਤੋਂ ਜਿੰਨੇ ਪਰਹੇਜ਼ ਕਰ ਸਕੋ। ਸੈਮੋਡੈਕ ਜਿਹੜਾ ਨਾ ਉਹ ਬਹੁਤ ਤਗੜਾ ਹੈਗਾ ਜੇ ਵਿਟਾਮਿਨ, ਇਹਨੂੰ ਤੁਸੀਂ ਪਾਇਆ ਕਰੋ। ਇਹਨੂੰ ਲਿਆ ਕੇ ਕੋਲ ਰੱਖੋਗੇ, ਤੁਹਾਡਾ ਮਾਲ ਕਿਲੋ ਦਾ ਹੋ ਗਿਆ ਦਾ ਨਾ, ਅੱਧਾ ਕਿਲੋ ਦੇ ਉੱਤੇ ਹੈ ਤੇ ਫਿਰ ਉਹਦਾ ਇਸਤੇਮਾਲ ਲਾਜ਼ਮੀ ਕਰਨਾ ਜੇ। ਤੇ ਦੋਸਤੋ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸ ਨਾਲ ਅਸੀਂ ਇਜਾਜ਼ਤ ਚਾਹਾਂਗੇ। ਅੱਲਾਹ ਹਾਫਿਜ਼।